ਭਾਈ ਮੱਖਣ ਸ਼ਾਹ ਸ਼ੇਹ ਮਸੰਦ ਨੂੰ ਬੰਨ੍ਹ ਕੇ ਤੇ ਸਾਰਾ ਸਮਾਨ ਜੋ ਇਹਨੇ ਗੁਰੂ ਘਰ ਦੇ ਵਿੱਚੋਂ ਲੁੱਟਿਆ ਸੀ ਉਹ ਸਮਾਨ ਗਠੜੀਆਂ ਵਿੱਚ ਬਣਵਾ ਕੇ ਤੇ ਧੀਰਮਲ ਜੋ ਹੋਰ ਵੀ ਆਪਣੇ ਕੋਲ ਚੜਾਵਾ ਰੱਖਿਆ ਸੀ ਉਹਨੇ ਸਾਰਾ ਬਣਾ ਕੇ ਉਹਨਾਂ ਦੇ ਬੰਦਿਆਂ ਦੇ ਸਿਰ 'ਤੇ ਚੁਕਾ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਦਰਬਾਰ ਦੇ ਵਿੱਚ ਲੈ ਕੇ ਪਹੁੰਚਿਆ। ਭਾਈ ਮੱਖਣ ਸ਼ਾਹ ਜਿਵੇਂ ਹੀ ਇਹ ਸਾਰਾ ਸਮਾਨ ਲੈ ਕੇ ਗੁਰੂ ਦਰਬਾਰ ਵਿੱਚ ਆਇਆ, ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰਾ ਕੁਝ ਵੇਖਿਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੱਖਣ ਸ਼ਾਹ ਇਹ ਸਾਰਾ ਸਮਾਨ ਕਿੱਥੋਂ ਆਇਆ, ਕਿੱਥੇ ਗਿਆ ਸੀ ਤੂੰ? ਧੰਨ ਗੁਰੂ ਤੇਗ ਬਹਾਦਰ ਮਹਾਰਾਜ ਅੰਤਰਜਾਮੀ ਪਾਤਸ਼ਾਹ ਜੀ ਕਹਿੰਦੇ, ਸ਼ਾਮ ਦਾ ਵੇਲਾ ਆ, ਤੂੰ ਕਿੱਧਰ ਤੁਰਿਆ ਫਿਰਦਾ? ਇੱਦਾਂ ਗੁਰੂ ਸਾਹਿਬ ਨੇ ਜਦੋਂ ਸਵਾਲ ਕੀਤਾ ਤੇ ਮੱਖਣ ਸ਼ਾਹ ਕਹਿਣ ਲੱਗਾ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਘਰ ਦੇ ਦੁਖੀਆਂ ਨੂੰ ਸਜ਼ਾ ਦੇ ਕੇ ਆਇਆ। ਮਹਾਰਾਜ ਜਿਨ੍ਹਾਂ ਨੇ ਤੁਹਾਡੇ 'ਤੇ ਹਮਲਾ ਕੀਤਾ ਸੀ, ਸੱਚੇ ਪਾਤਸ਼ਾਹ ਸ਼ੀਆ ਮਸੰਦ ਆ ਜਿਹਨੇ ਗੋਲੀ ਚਲਾਈ ਸੀ। ਮਹਾਰਾਜ ਇਹ ਸਮਾਨ ਸਾਰਾ ਲੁੱਟ ਕੇ ਲੈ ਗਿਆ ਸੀ। ਸੱਚੇ ਪਾਤਸ਼ਾਹ ਵੇਖੋ ਇਹਨੂੰ ਮੰਨ ਕੇ ਲਿਆਏ ਆ। ਤੇ ਮਹਾਰਾਜ ਧੀਰਮਲ ਨੂੰ ਤਾਂ ਨਹੀਂ ਕੁਝ ਆਖਿਆ ਕਿਉਂਕਿ ਉਹ ਗੁਰੂ ਦੇ ਵੰਸ਼ ਦੇ ਵਿੱਚੋਂ ਆ, ਕੁਲ ਦੇ ਵਿੱਚੋਂ ਆ, ਇਸ ਕਰਕੇ ਮਹਾਰਾਜ ਉਹਨੂੰ ਨਹੀਂ ਲਿਆਂਦਾ ਸੀ। ਨਹੀਂ ਤੇ ਪਾਤਸ਼ਾਹ ਉਹਨੂੰ ਵੀ ਅਸੀਂ ਬੰਨ੍ਹ ਕੇ ਲੈ ਆਉਂਦੇ, ਪਰ ਗੁਰੂ ਘਰ ਦਾ ਸਤਿਕਾਰ ਅਦਬ ਦੇਖਦੇ ਹੋਇਆ ਮਹਾਰਾਜ ਉਹਨੂੰ ਅਸੀਂ ਕੁਝ ਨਹੀਂ ਆਖਿਆ। ਸੋ ਇੱਦਾਂ ਸਾਧ ਸੰਗਤ ਜੀ, ਜਿਵੇਂ ਭਾਈ ਮੱਖਣ ਸ਼ਾਹ ਦੱਸਦਾ ਆ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮੱਖਣ ਸ਼ਾਹ ਤੈਨੂੰ ਇਹ ਨਹੀਂ ਸੀ ਕਰਨਾ ਚਾਹੀਦਾ। ਮਹਾਰਾਜ ਕਹਿਣ ਲੱਗੇ, ਮੈਨੂੰ ਪੁੱਛ ਤੇ ਲੈਂਦਾ, ਸਤਿਗੁਰੂ ਪਾਤਸ਼ਾਹ ਕਿਉਂ ਨਹੀਂ ਕਰਨਾ ਚਾਹੀਦਾ ਸੀ? ਮਹਾਰਾਜ ਇੰਨਾ ਵੱਡਾ ਨੁਕਸਾਨ ਕਰ ਰਹੇ ਸਨ ਸਾਡਾ, ਗੁਰੂ ਘਰ ਦੇ ਨਿੰਦਕਾਂ ਨੂੰ ਦੁਖੀਆਂ ਨੂੰ ਸਜ਼ਾ ਤੇ ਮਿਲਣੀ ਚਾਹੀਦੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਇੱਦਾਂ ਦਿਆਂ ਨੂੰ ਸਜ਼ਾ ਆਪੇ ਪਰਮਾਤਮਾ ਦੇ ਦਿੰਦਾ, ਇਹਨਾਂ ਦੇ ਕਰਮ ਕੋਈ ਲੁਕਦੇ ਨਹੀਂ। ਮਹਾਰਾਜ ਕਹਿਣ ਲੱਗੇ, ਜਿਹੜੇ ਕਰਮ ਕਰਦੇ ਆ ਉਹ ਫਿਰ ਲੁਕਦੇ ਨਹੀਂ ਗੇ, ਮਿਟਦੇ ਨਹੀਂ ਗੇ, ਉਹਨਾਂ ਦੀ ਸਜ਼ਾ ਤੇ ਉਹਨਾਂ ਨੂੰ ਮਿਲ ਹੀ ਜਾਂਦੀ। ਸੱਚੇ ਪਾਤਸ਼ਾਹ ਜਿਵੇਂ ਇਹਨਾਂ ਨੇ ਹੁਣ ਕੀਤਾ ਸੀ, ਗਾਂ ਵੀ ਇੱਦਾਂ ਹੀ ਕਰਨਾ ਸੀ। ਮਹਾਰਾਜ ਇਹਨਾਂ ਨੂੰ ਜਿੰਨੀ ਆਪਾਂ ਢਿੱਲ ਦਿੰਦੇ ਨਾ, ਉਨਾ ਹੀ ਇਹਨਾਂ ਨੇ ਸਿਰ 'ਤੇ ਚੜ੍ਹੀ ਜਾਣਾ ਸੀ। ਸੱਚੇ ਪਾਤਸ਼ਾਹ ਨਾ ਇਹਨਾਂ ਸੰਗਤਾਂ ਦੇ ਨਾਲ ਵਚਨ ਤੁਹਾਨੂੰ ਕਰਨ ਦੇਣੇ ਸਨ, ਨਾ ਕਿਸੇ ਨੇ ਜਦੋਂ ਕਿਤੇ ਆਣ ਕੇ ਤੁਹਾਨੂੰ ਨਮਸਕਾਰ ਕਰਨੀ ਸੀ, ਨਾ ਉਹ ਵੀ ਹਟਾ ਦੇਣੇ ਸਨ। ਸੱਚੇ ਪਾਤਸ਼ਾਹ ਮਸਾਂ ਤੇ ਗੁਰੂ ਲੱਭਾ। ਪਾਤਸ਼ਾਹ ਜੀ ਮਸਾਂ ਤੇ ਸਤਿਗੁਰੂ ਤੁਸੀਂ ਸਾਨੂੰ ਮਿਲੇ ਹੋ, ਤੇ ਮਹਾਰਾਜ ਇੱਦਾਂ ਕਿੱਦਾਂ ਅਸੀਂ ਛੱਡ ਦਈਏ? ਸੱਚੇ ਪਾਤਸ਼ਾਹ ਜਿੰਨਾ ਅਸੀਂ ਪਿਛਾਂ ਹੋਈ ਜਾਣਾ ਸੀ, ਇਹਨਾਂ ਨੇ ਉਨੀ ਜਗ੍ਹਾ ਮਲਦੇ ਜਾਣਾ ਸੀ। ਮਹਾਰਾਜ ਇਹਨਾਂ ਨੇ ਉਨਾ ਹੀ ਸਿਰ 'ਤੇ ਚੜ੍ਹਦੇ ਜਾਣਾ ਸੀ। ਇਸ ਕਰਕੇ ਜਿੰਨੀ ਜਲਦੀ ਹੋ ਸਕੇ ਪਾਤਸ਼ਾਹ ਇੱਦਾਂ ਦਿਆਂ ਨੂੰ ਠੱਲ ਪਾ ਦੇਣੀ ਚਾਹੀਦੀ ਹੈ। ਇਸ ਕਰਕੇ ਮਹਾਰਾਜ ਮੈਂ ਗਿਆ ਸਾਂ, ਮੇਰੇ ਕੋਲ ਸਹਿਣ ਨਹੀਂ ਹੋਈਆਂ ਇਹ ਸਾਰੀਆਂ ਗੱਲਾਂ ਸੁਣ ਕੇ। ਤੁਹਾਨੂੰ ਮਹਾਰਾਜ ਕਈ ਤਰ੍ਹਾਂ ਦੇ ਬੋਲ ਵੀ ਇਹ ਬੋਲ ਕੇ ਗਿਆ, ਗੋਲੀ ਤੱਕ ਚਲਾ ਦਿੱਤੀ। ਸੱਚੇ ਪਾਤਸ਼ਾਹ ਜਰਾ ਵੀ ਗੋਲੀ ਵੱਜ ਜਾਂਦੀ ਸਹੀ ਤਰੀਕੇ ਦੇ ਨਾਲ ਤੇ ਮਹਾਰਾਜ ਫਿਰ ਅਸੀਂ ਕਿੱਧਰ ਜਾਣਾ ਸੀ? ਪਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਨਹੀਂ ਮੱਖਣ ਸ਼ਾਹ, ਜੇਕਰ ਕੋਈ ਮਾੜਾ ਕਰਦਾ ਤੇ ਇਹ ਜ਼ਰੂਰੀ ਨਹੀਂ ਉਹਦਾ ਵੀ ਮਾੜਾ ਕਰੀਏ। ਜਿਵੇਂ ਆਪਾਂ ਪੜ੍ਹਦੇ ਹਾਂ ਨਾ ਬਾਣੀ ਵਿੱਚ ਕਿ ਫਰੀਦਾ ਬੁਰੇ ਦਾ ਭਲਾ ਕਰ। ਇਹਨਾਂ ਦੋ ਤਰ੍ਹਾਂ ਦੇ ਪੱਖ ਨੇ ਸਾਧ ਸੰਗਤ ਜੀ। ਜਿਵੇਂ ਮੈਂ ਕੱਲ੍ਹ ਵੀ ਬੇਨਤੀ ਕਰਦਾ ਸੀ ਕਿ ਜਦੋਂ ਹੱਦ ਲੰਘ ਜਾਂਦੀ, ਹੱਦ ਪਾਰ ਹੋ ਜਾਂਦੀ ਹੈ ਨਾ, ਤੇ ਗੁਰੂ ਸਾਹਿਬ ਕਹਿੰਦੇ, ਜਬ ਆਪ ਕੀ ਔਧ ਨਿਧਾਨ ਬਨੈ ਅਤਹੇ ਰਣ ਮੈਂ ਤਬ ਜੂਝ ਮਰੋਂ। ਜਦੋਂ ਹੱਦ ਬੰਨੇ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਤਾਂ ਮਾਰੇ ਕਹਿੰਦੇ ਹਥਿਆਰ ਚੁੱਕਣੇ ਚਾਹੀਦੇ ਆ, ਪਹਿਲਾਂ ਨਹੀਂ। ਹੁਣ ਕੀ ਆ 84 ਦੇ ਵਿੱਚ ਜੇ ਮੋਰਚਾ ਲੱਗਾ ਇੱਦਾਂ ਹੀ ਲਾ ਦਿੱਤਾ? ਨਹੀਂ ਪਿਆਰਿਓ, ਬੜਾ ਸਮਾਂ ਲੱਗਾ, ਇਨਸਾਫ ਮੰਗਦਿਆਂ ਬੜਾ ਸਮਾਂ ਲੰਘ ਗਿਆ। ਬੜਾ ਜ਼ੋਰ ਮਹਾਂਪੁਰਖਾਂ ਨੇ, ਸਿੱਖਾਂ ਨੇ, ਵਿਦਵਾਨਾਂ ਨੇ ਲਾਇਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ।
ਪਰ ਜਦੋਂ ਚਾਰੇ ਪਾਸੇ ਜਦੋਂ ਲੰਘ ਗਏ ਪਾਸੇ ਨਹੀਂ ਕਿਤੇ ਵੀ ਇਨਸਾਫ ਮਿਲਦਾ ਸੀ, ਫਿਰ ਮਹਾਂਪੁਰਖਾਂ ਨੇ ਮੋਰਚਾ ਬੰਦੀ ਜਿਹੜੀ ਕੀਤੀ ਸੀ। ਸੋ ਗੁਰੂ ਕਿਰਪਾ ਕਰਨ। ਸਾਧ ਸੰਗਤ ਜੀ ਕਹਿੰਦੇ ਨੇ, ਸਤਿਗੁਰੂ ਮਹਾਰਾਜ ਫਰਮਾਉਂਦੇ ਕਿ ਜਬ ਆਪ ਕੇ ਅਵਧ ਨਿਧਾਨ ਬਣਿਆ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਉੱਥੇ ਮੱਖਣ ਸ਼ਾਹ ਨੂੰ ਆਖਿਆ, ਮੱਖਣ ਸ਼ਾਹ ਅਜੇ ਲੋੜ ਨਹੀਂ ਸੀ ਹੈਗੀ, ਅਜੇ ਇਹ ਸਭ ਕੁਝ ਕਰਨ ਦੀ ਲੋੜ ਨਹੀਂ ਸੀ। ਸੱਚੇ ਪਾਤਸ਼ਾਹ ਜੀ ਨਹੀਂ, ਮੈਥੋਂ ਸਹਿਣ ਨਹੀਂ ਹੋਇਆ। ਮਹਾਰਾਜ ਕਹਿਣ ਲੱਗੇ, ਇੱਦਾਂ ਦੀਆਂ ਗੱਲਾਂ ਸਹਿਣ ਕਰਨੀਆਂ ਚਾਹੀਦੀਆਂ। ਕਾਮ ਕ੍ਰੋਧ ਨੂੰ ਮਹਾਰਾਜ ਕਹਿਣ ਲੱਗੇ ਵਸ ਵਿੱਚ ਰੱਖਣਾ ਚਾਹੀਦਾ ਆ। ਜੇਕਰ ਇਹ ਵਸਤੂਆਂ ਲੈ ਗਏ ਨੇ ਆਪਣੇ ਕਿਹੜੇ ਕੰਮ ਦੀਆਂ, ਆਪਾਂ ਕੀ ਕਰਨੀਆਂ ਵਸਤੂਆਂ? ਮਹਾਰਾਜ ਕਹਿਣ ਲੱਗੇ ਦੇ ਆ ਵਾਪਸ। ਪਾਤਸ਼ਾਹ ਜੀ ਇੱਦਾਂ ਕਿੱਦਾਂ ਦੇ? ਮਹਾਰਾਜ ਕਹਿਣ ਲੱਗੇ ਬਖਸ਼ਣਾ, ਕਿਸੇ ਨੂੰ ਬਖਸ਼ ਦੇਣਾ, ਕਿਸੇ ਨੂੰ ਖਿਮਾ ਕਰ ਦੇਣਾ, ਇਹ ਸਭ ਤੋਂ ਵੱਡਾ ਗੁਣ ਆ। ਮਹਾਰਾਜ ਕਹਿੰਦੇ ਜਿਹਦੇ ਅੰਦਰ ਇਹ ਗੁਣ ਪੈਦਾ ਹੋ ਜਾਂਦਾ ਨਾ, ਖਿਮਾ ਕਰ ਦੇਣ ਵਾਲਾ, ਉਹ ਅੱਧਾ ਪਰਚੇ ਦੇ ਵਿੱਚੋਂ, ਖੁਦਾ ਦੇ ਪਰਚੇ ਵਿੱਚੋਂ ਅੱਧਾ ਤੇ ਉੱਦਾਂ ਹੀ ਪਾਸ ਹੋ ਜਾਂਦਾ ਆ। ਜਿਹਦੇ ਵਿੱਚ ਖਿਮਾ ਕਰਨ ਵਾਲਾ ਗੁਣ ਆ ਜਾਂਦਾ ਹੈ। ਅਤੇ ਮਹਾਂਪੁਰਖਾਂ ਦੇ ਸੰਤਾਂ ਦੇ ਜੀਵਨ ਪੜ੍ਹ ਲਓ ਅਤੇ ਉਹਨਾਂ ਨੂੰ ਜਦੋਂ ਕੋਈ ਨਿੰਦਦਾ ਆ, ਕੋਈ ਮਾੜਾ ਬੋਲਦਾ ਅਤੇ ਪਿਆਰੇ ਉਹ ਬਖਸ਼ ਦਿੰਦੇ। ਉਹ ਧਿਆਨ ਨਹੀਂ ਦਿੰਦੇ ਇਹਨਾਂ ਗੱਲਾਂ ਵੱਲ ਬਹੁਤਾ। ਕਿਉਂ? ਕਿਉਂਕਿ ਉਹਨਾਂ ਵਿੱਚ ਇਹ ਗੁਣ ਭਰਿਆ ਹੁੰਦਾ ਕਿ ਉਹ ਬਖਸ਼ ਦਿੰਦੇ ਨੇ, ਮਾਫ ਕਰਨ ਵਾਲਾ ਗੁਣ ਉਹਨਾਂ ਦੇ ਵਿੱਚ ਹੁੰਦਾ। ਅਤੇ ਸੱਚ ਜਾਣੋ, ਅੱਧਿਓਂ ਜ਼ਿਆਦਾ ਸਾਡੇ ਦੁਨੀਆ ਦੇ ਝਗੜੇ ਖਤਮ ਹੋ ਜਾਣਗੇ ਜੇ ਮਾਫ ਕਰਨ ਵਾਲਾ ਗੁਣ ਸਾਡੇ ਵਿੱਚ ਆ ਜਾਵੇ। ਕਿਉਂਕਿ ਗਲਤੀ ਤਾਂ ਹਰੇਕ ਬੰਦੇ ਤੋਂ ਹੁੰਦੀ ਹੈ। ਕਈ ਵਾਰੀ ਤਾਂ ਜਾਣ ਕੇ ਕੋਈ ਗਲਤੀਆਂ ਕਰਦਾ, ਛੇੜਖਾਨੀਆਂ ਕਰਦਾ, ਅਤੇ ਕਈ ਵਾਰੀ ਪਿਆਰਿਓ ਭੁਲੇਖੇ ਦੇ ਨਾਲ ਕਿਸੇ ਕੋ ਕੁਝ ਬੋਲਿਆ ਗਿਆ ਅਤੇ ਆਪਾਂ ਮਾਫ ਕਰਨ ਦੀ ਜਗ੍ਹਾ ਉਹਨੂੰ ਵੀ ਫਿਰ ਬੋਲ ਦਿੰਦੇ, ਉੱਥੇ ਝਗੜਾ ਹੋ ਜਾਂਦਾ। ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ ਇਹ ਗੁਣ ਵੀ ਸਿੱਖਾ ਆਪਣੇ ਅੰਦਰ ਲੈ ਕੇ ਆ, ਖਿਮਾ ਕਰਨ ਵਾਲਾ ਗੁਣ, ਦੂਜੇ ਨੂੰ ਮਾਫ ਕਰ ਦੇਣ ਵਾਲਾ ਗੁਣ, ਇਹ ਬੜਾ ਵੱਡਾ ਗੁਣ ਆ। ਮੱਖਣ ਸ਼ਾਹ ਗੁਣ ਧਾਰਨ ਕਰ। ਹੁਣ ਇੱਦਾਂ ਕਰ, ਇਹ ਸਾਰਾ ਸਮਾਨ ਜਿਹੜਾ ਲੈ ਕੇ ਆਇਆ ਇਹ ਲੈ ਜਾ ਵਾਪਸ। ਧੀਰਮਲ ਨੂੰ ਸਾਰਾ ਸਮਾਨ ਦੇ ਆ, ਸਾਡੇ ਵਾਲਾ ਵੀ, ਜਿਹੜਾ ਸਾਡੇ ਵਾਲਾ ਇਹ ਵੀ, ਅਤੇ ਜਿਹੜਾ ਉਹਦਾ ਲਿਆਂਦਾ ਉਹ ਵੀ ਵਾਪਸ ਕਰਕੇ ਆ। ਮੱਖਣ ਸ਼ਾਹ ਬੜਾ ਸਤਿਗੁਰਾਂ ਨੂੰ ਦਲੀਲਾਂ ਦਿੰਦਾ ਹੈ, ਪਰ ਕਹਿੰਦੇ ਨੇ ਜਦੋਂ ਸਤਿਗੁਰੂ ਤੁਰਠਿਆ ਹੋਵੇ ਨਾ, ਬਖਸ਼ਿਸ਼ ਕਰਨ 'ਤੇ ਆਇਆ ਹੋਵੇ, ਅਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਅਤ ਢੀਠ ਕਰਮ, ਰੱਬ ਵੀ ਜਿਹੜਾ ਉਹ ਢੀਠ ਬਣ ਜਾਂਦਾ ਕਈ ਵਾਰੀ। ਕਹਿੰਦੇ ਪਰਮਾਤਮਾ ਤੂੰ ਦਿੰਦਾ ਹੈ ਨਾ ਜਦੋਂ, ਅਤੇ ਬੰਦਾ ਕਿਵੇਂ ਮੈਂ ਨਹੀਂ ਲੈਣਾ, ਅਤੇ ਕਹਿੰਦੇ ਫਿਰ ਤੂੰ ਢੀਠਾਂ ਵਾਂਗ ਹੋ ਜਾਂਦਾ ਕਿ ਮੈਂ ਤੈਨੂੰ ਕੁਝ ਦੇਣਾ ਹੀ ਦੇਣਾ ਆ। ਸੋਮੇ ਸ਼ਾਹ ਨੂੰ ਗੁਰੂ ਸਾਹਿਬ ਕਹਿੰਦੇ ਸਨ ਤੂੰ ਸੋਮਾ ਸ਼ਾਹ ਆ। ਕਹਿੰਦਾ ਸੀ ਨਹੀਂ ਮਹਾਰਾਜ ਮੈਂ ਤਾਂ ਇੱਕ ਗਰੀਬ ਹਾਂ, ਸ਼ਾਹ ਤਾਂ ਤੁਸੀਂ ਹੋ। ਸਤਿਗੁਰੂ ਕਹਿੰਦੇ ਨਹੀਂ ਸੋਮਿਆ ਤੂੰ ਸ਼ਾਹ ਆ। ਵਾਰ ਇੱਦਾਂ ਜਦੋਂ ਕਹਿੰਦੇ ਸਨ, ਅਖੀਰ ਮਹਾਰਾਜ ਇੱਦਾਂ ਕਹੇ ਗਏ ਜਿਵੇਂ ਢੀਠ ਹੁੰਦੇ। ਇੱਦਾਂ ਵਾਰ ਗੁਰੂ ਸਾਹਿਬ ਪਿਆਰ ਦੇ ਵਿੱਚ ਆਣ ਕੇ ਉਹਨੂੰ ਕਹਿੰਦੇ ਸੋਮਿਆ ਤੂੰ ਸ਼ਾਹ ਆ, ਸੋਮਿਆ ਤੂੰ ਸ਼ਾਹ ਆ। ਅਖੀਰ ਵਿਚਾਰਾ ਹੱਥ ਜੋੜ ਕੇ ਕਹਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ, ਠੀਕ ਆ ਮੈਂ ਸ਼ਾਹ ਹੀ ਸਹੀ, ਸੱਚੇ ਪਾਤਸ਼ਾਹ ਮੈਂ ਸ਼ਾਹ ਹੀ ਸਹੀ, ਤੁਸੀਂ ਨਹੀਂ ਮੰਨਣਾ। ਤੇ ਭਾਵ ਕਹਿਣ ਦਾ ਜਦੋਂ ਬਖਸ਼ਿਸ਼ ਕਰਨ 'ਤੇ ਆਉਂਦਾ ਨਾ, ਅਤੇ ਉਹਨੇ ਦੇ ਕੇ ਹੀ ਹਟਣਾ ਹੈ। ਕਈ ਇਤਿਹਾਸ ਦੇ ਵਿੱਚੋਂ ਸਾਨੂੰ ਸਾਖੀਆਂ ਮਿਲਣਗੀਆਂ ਕਿ ਗੁਰੂ ਸਾਹਿਬ ਪਾਤਸ਼ਾਹ ਜੀ ਕਹਿੰਦੇ ਆ ਸਿੱਖਾ ਬੜਾ ਖੁਸ਼ ਹਾਂ ਤੇਰੇ 'ਤੇ ਕੁਝ ਮੰਗ ਲੈ। ਅਤੇ ਸਿੱਖ ਕਹਿੰਦਾ ਪਾਤਸ਼ਾਹ ਕੁਝ ਨਹੀਂ ਚਾਹੀਦਾ, ਤੇਰੇ ਚਰਨਾਂ ਦੇ ਵਿੱਚ ਜੁੜਿਆ, ਇੰਨਾ ਇਹ ਤੋਂ ਵੱਡਾ ਕੁਝ ਨਹੀਂ ਹੈਗਾ। ਪਰ ਪਾਤਸ਼ਾਹ ਫਿਰ ਉੱਥੇ ਕਹਿੰਦੇ ਨਹੀਂ ਸਾਡਾ ਦਿਲ ਕਰਦਾ ਕੁਝ ਦਈਏ ਤੈਨੂੰ। ਸੋ ਇੱਦਾਂ ਦਾ ਸੁਭਾਅ ਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕਿ ਜਦੋਂ ਬਖਸ਼ਿਸ਼ ਕਰਨ 'ਤੇ ਆਉਂਦਾ ਅਤੇ ਫਿਰ ਨਹੀਂ ਕੁਝ ਵੇਖਦਾ। ਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਸਾਰਾ ਕੁਝ ਧੀਰਮਲ ਨੂੰ ਵਾਪਸ ਕਰਿਆ, ਉਹਦਾ ਜਿਹੜਾ ਲਿਆਂਦਾ ਉਹ ਵੀ ਦੇ ਆ, ਅਤੇ ਸਾਡੇ ਵਾਲਾ ਜਿਹੜਾ ਤੂੰ ਸੇਵਾ ਕੀਤੀ ਹੈ ਇਹ ਸਾਰਾ ਕੁਝ ਦੇ ਕੇ ਆ, ਉਹਨੂੰ ਖੁਸ਼ ਰਹਿਣ ਦੇ। ਇੱਦਾਂ ਜੇ ਵਿਚਾਰ ਚੱਲ ਰਹੇ ਸੀ ਗੁਰੂ ਸਾਹਿਬ ਅਤੇ ਮੱਖਣ ਸ਼ਾਹ ਦੇ ਵਿੱਚ, ਅਤੇ ਉੱਧਰੋਂ ਮਾਤਾ ਨਾਨਕੀ ਜੀ ਆ ਗਏ। ਮਾਤਾ ਜੀ ਬੜੇ ਉਦਾਸ ਹੋ ਗਏ, ਕਹਿਣ ਲੱਗੇ ਸਤਿਗੁਰੂ ਇੱਦਾਂ ਕਿਉਂ? ਮਹਾਰਾਜ ਇਹ ਤਾਂ ਸਾਡਾ ਸਮਾਨ ਆ, ਆਪਾਂ ਕਿਵੇਂ ਕਿਸੇ ਨੂੰ ਦੇ ਸਕਦੇ ਹਾਂ?
ਪਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਾਤਾ ਜੀ ਆਪਾਂ ਇਹ ਸਮਾਨ ਕੀ ਕਰਨਾ ਆ। ਵਾਹਿਗੁਰੂ ਪਰਮਾਤਮਾ ਦੇ ਘਰ ਵਿੱਚ ਭੰਡਾਰੇ ਭਰੇ ਹੋਏ, ਖਜ਼ਾਨੇ ਭਰੇ ਹੋਏ ਨੇ। ਉਹ ਤੇ ਆਪਣੇ ਪਿਆਰਿਆਂ ਦੇ ਵਾਸਤੇ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਉਹ ਤੇ ਤਲੀ ਤੇ ਰੱਖਦਾ ਆ ਸਾਰੇ ਖਜ਼ਾਨੇ, 9 ਨਦੀਆਂ ਦੇ ਖਜ਼ਾਨੇ ਜਿਹੜੇ ਆ ਉਹਨੇ ਤੇ ਤਲੀ ਤੇ ਰੱਖੇ ਹੋਏ ਭਗਤਾਂ ਪਿਆਰਿਆਂ ਦੇ ਵਾਸਤੇ। ਜਿੰਨੇ ਮਰਜ਼ੀ ਉੱਥੋਂ ਲੈ ਲਈਏ, ਉਹਦੇ ਘਰ ਵਿੱਚ ਕਿਹੜਾ ਕੋਈ ਘਾਟਾ ਆ। ਮਾਤਾ ਜੀ ਇਹ ਸਾਰਾ ਕੁਝ ਆਪਾਂ ਵਾਪਸ ਕਰ ਦੇਣਾ, ਆਪਾਂ ਕੀ ਕਰਨਾ ਹੈ ਸਭ ਕੁਝ ਰੱਖ ਕੇ। ਸੋ ਇੱਦਾਂ ਬੜਾ ਸਮਾਂ ਹੀ ਸਾਧ ਸੰਗਤ ਜੀ ਵਿਚਾਰਾਂ ਚੱਲਦੀਆਂ ਰਹੀਆਂ। ਫਿਰ ਮਾਤਾ ਜੀ ਮੱਖਣ ਸ਼ਾਹ ਨੂੰ ਕਹਿੰਦੇ ਆ, ਮੱਖਣ ਸ਼ਾਹ ਇਹਨਾਂ ਨੇ ਨਹੀਂ ਮੰਨਣਾ। ਮੱਖਣ ਸ਼ਾਹ ਕਹਿੰਦਾ ਮਾਤਾ ਜੀ ਤੁਸੀਂ ਬੇਨਤੀ ਕਰੋ, ਸ਼ਾਇਦ ਮੰਨ ਜਾਣ। ਤੁਸੀਂ ਦੁਬਾਰਾ ਫਿਰ ਕਹਿ ਕੇ ਵੇਖੋ। ਮਾਤਾ ਜੀ ਕਹਿਣ ਲੱਗੇ ਨਹੀਂ, ਬਚਪਨ ਤੋਂ ਵੇਖਦੇ ਆ ਰਹੇ ਆ, ਇਹ 5 ਭਰਾ ਨੇ। ਬਾਬਾ ਗੁਰਦਿੱਤਾ ਜੀ ਸਭ ਤੋਂ ਵੱਡੇ ਸਨ, ਸਭ ਤੋਂ ਛੋਟੇ। ਤੇ ਇਹਨਾਂ ਦਾ ਸੁਭਾਅ ਮੁੱਢ ਤੋਂ ਹੀ ਇੱਦਾਂ ਦਾ ਰਿਹਾ। ਇੱਕ ਸਮਾਂ ਇੱਦਾਂ ਦਾ ਵੀ ਆਇਆ ਸੀ ਕਿ ਬਚਪਨ ਦੇ ਵਿੱਚ ਵੱਡੇ ਭਰਾ ਦੀ ਬਰਾਤ ਚੜ੍ਹਨੀ ਸੀ, ਇਹਨੂੰ ਮਹਿੰਗੀ ਪੁਸ਼ਾਕ ਪਹਿਨਾਈ ਸੀ ਇਹਨਾਂ ਨੂੰ ਮੈਂ ਲਿਆ ਕੇ ਬਣਵਾ ਕੇ। ਤੇ ਇੱਕ ਗਰੀਬ ਬੱਚਾ ਇਹਨਾਂ ਨੇ ਵੇਖ ਲਿਆ। ਠੰਡ ਦਾ ਮੌਸਮ ਸੀ, ਵਿਚਾਰੇ ਤੋਂ ਕੱਪੜੇ ਨਹੀਂ ਸਨ ਪਾਏ ਹੋਏ, ਇੱਦਾਂ ਹੀ ਨੰਗਾ ਹੀ ਤੁਰਿਆ ਫਿਰਦਾ ਸੀ। ਤੇ ਇਹਨਾਂ ਨੇ ਉਹਨੂੰ ਪੁੱਛ ਲਿਆ ਕਿ ਤੂੰ ਕੱਪੜੇ ਕਿਉਂ ਨਹੀਂ ਪਾਏ ਇੰਨੀ ਠੰਡ ਦੇ ਵਿੱਚ। ਉਹ ਅੱਗੋਂ ਕਹਿੰਦਾ ਮੇਰੇ ਤੋਂ ਹੈ ਨਹੀਂ। ਤੇ ਇਹਨਾਂ ਨੇ ਆਖਿਆ ਮੈਂ ਆਪਣੀ ਮਾਂ ਤੋਂ ਮੰਗੇ ਨੇ, ਮੇਰੀ ਮਾਂ ਨੇ ਦਿੱਤੇ, ਤੂੰ ਵੀ ਆਪਣੀ ਮਾਂ ਨੂੰ ਕਹਿ ਤੈਨੂੰ ਕੱਪੜੇ ਦੇਵੇ। ਅੱਗੋਂ ਉਹਨੇ ਕਿਹਾ ਮੇਰੀ ਮਾਂ ਹੈ ਨਹੀਂ। ਤੇ ਇਹਨਾਂ ਦੇ ਅੰਦਰ ਇੰਨੀ ਦਇਆ ਭਰੀ ਹੋਈ ਹੈ, ਆਪਣੀ ਉਹ ਕੀਮਤੀ ਪੁਸ਼ਾਕ ਉਸੇ ਵੇਲੇ ਲਾ ਕੇ ਉਸ ਬੱਚੇ ਨੂੰ ਦੇ ਦਿੱਤੀ। ਅਜੇ ਬਰਾਤ ਦੇ ਚੜ੍ਹਾਅ ਦਾ ਸਮਾਂ ਸੀ। ਇਹਨਾਂ ਦਾ ਸ਼ੁਰੂ ਤੋਂ ਹੀ ਤਿਆਗ ਭਾਵਨਾ ਵਾਲਾ ਸੁਭਾਅ ਰਿਹਾ। ਇਹ ਤਿਆਗੀ ਨੇ। ਇਹ ਪਹਿਲੇ ਮਹਾਰਾਜ ਦਾ ਨਾਮ ਤਿਆਗ ਮੱਲ ਵੀ ਸੀ, ਪਿਛਲਾ ਨਾਮ। ਫਿਰ ਜਦੋਂ ਤੇਗ ਦੇ ਜੌਹਰ ਦਿਖਾਏ ਸਨ ਕਰਤਾਰਪੁਰ ਸਾਹਿਬ ਦੀ ਜੰਗ ਦੇ ਵਿੱਚ, ਮਹਾਰਾਜ ਨੇ ਫਿਰ ਤੇਗ ਬਹਾਦਰ ਨਾਮ ਰੱਖਿਆ ਸੀ। ਸੋ ਕਹਿੰਦੇ ਨੇ ਸਤਿਗੁਰੂ ਮਹਾਰਾਜ ਨੂੰ, ਪਾਤਸ਼ਾਹ ਜੀ ਨੂੰ ਕੁਝ ਕਹਿਣ ਦਾ ਸਾਡਾ ਬਣਦਾ ਨਹੀਂ, ਕਿਉਂਕਿ ਗੁਰੂ ਸਾਹਿਬ ਨੇ ਮੰਨਣਾ ਨਹੀਂ। ਮਹਾਰਾਜ ਨੇ ਆਪਣੇ ਸੁਭਾਅ ਦੇ ਅਨੁਕੂਲ ਵਿਚਰਨਾ, ਜਿਵੇਂ ਗੁਰੂ ਸਾਹਿਬ ਦਾ ਸੁਭਾਅ ਆ। ਇਹ ਜੇ ਵਸਤੂਆਂ ਉਹਨਾਂ ਨੂੰ ਦੇਣ 'ਤੇ ਆਏ ਆ, ਇਹਨਾਂ ਨੇ ਦੇ ਕੇ ਰਹਿਣੀਆਂ। ਹੁਣ ਸਾਡਾ ਬੇਨਤੀ ਕਰਨਾ ਨਹੀਂ ਬਣਦਾ। ਸੋ ਇੱਦਾਂ ਬੜੀਆਂ ਵਿਚਾਰਾਂ ਮਾਤਾ ਜੀ ਨੇ ਕੀਤੀਆਂ। ਫਿਰ ਮਾਤਾ ਜੀ ਆਖਣ ਲੱਗੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਵੀ ਬਚਨ ਕੀਤਾ ਕਿ ਇਹਨਾਂ ਨੇ ਇੱਦਾਂ ਹੀ ਸਮੇਂ ਦੇ ਵਿੱਚ ਜਿਵੇਂ ਜਿਵੇਂ ਵਿਚਰਨਾ ਆ, ਤਿਆਗ ਭਾਵਨਾ ਹੋਰ ਦਿਖਾਉਣੀ ਆ ਵੱਧ ਤੋਂ ਵੱਧ। ਅਤੇ ਆਪਾਂ ਵਿਚਾਰਾਂਗੇ ਜਿਵੇਂ ਸਮਾਂ ਆਏਗਾ ਕਿ ਮਹਾਰਾਜ ਨੇ ਆਪਣਾ ਸਰੀਰ ਤੱਕ ਦੂਜੇ ਦੇ ਖਾਤਰ ਤਿਆਗ ਦਿੱਤਾ, ਆਪਣਾ ਤਨ ਵੀ ਤਿਆਗ ਦਿੱਤਾ। ਇਹ ਤਾਂ ਬਸਤਰ ਜਾਂ ਚੜ੍ਹਾਵੇ ਦੀ ਗੱਲ ਆ। ਗੁਰੂ ਸਾਹਿਬ ਨੇ ਤਾਂ ਆਪਣਾ ਸਰੀਰ ਵੀ ਤਿਆਗਿਆ, ਉਹ ਵੀ ਦੂਸਰੇ ਦੇ ਬਚਾਉਣ ਦੀ ਖਾਤਰ, ਦੂਸਰੇ ਦੇ ਧਰਮ ਨੂੰ ਬਚਾਉਣ ਦੀ ਖਾਤਰ। ਜਿਹਨੂੰ ਇਹ ਮੰਨਦੇ ਵੀ ਨਹੀਂਗੇ ਉਸ ਧਰਮ ਨੂੰ ਬਚਾਉਣ ਲਈ। ਕਿਉਂਕਿ ਮਹਾਰਾਜ ਕਹਿੰਦੇ ਸਭ ਨੂੰ ਆਪਣੇ ਆਪਣੇ ਧਰਮ ਪਿਆਰੇ ਹੁੰਦੇ ਆ, ਅਤੇ ਸਾਰੇ ਆਪਣੇ ਆਪਣੇ ਧਰਮਾਂ ਦੇ ਵਿੱਚ ਪੱਕੇ ਰਹਿਣ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮੰਨਣਾ ਕੋਈ ਨਹੀਂ ਹੈਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਇਹਨਾਂ ਦੇ ਪਿਤਾ ਨੇ ਬਚਨ ਕੀਤੇ ਹੈ ਕਿ ਇਹਨਾਂ ਦੇ ਘਰ ਦੇ ਵਿੱਚ ਫਿਰ ਐਸਾ ਸੂਰਮਾ ਵੀ ਜਨਮ ਲਏਗਾ। ਮਹਾਰਾਜ ਦਾ ਇਸ਼ਾਰਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲ, ਜਿਹੜਾ ਜ਼ਾਲਮਾਂ ਦਾ ਫਿਰ ਵੱਧ ਕਰੇਗਾ, ਦੁਸ਼ਟਾਂ ਨੂੰ ਸਜ਼ਾ ਦੇਵੇਗਾ, ਸੰਤਾਂ ਨੂੰ ਮਹਾਂਪੁਰਖਾਂ ਨੂੰ ਉੱਚਿਆਂ ਚੁੱਕੇਗਾ, ਗਰੀਬਾਂ ਨੂੰ ਉੱਚਿਆਂ ਚੁੱਕਣ ਵਾਲਾ ਪੈਦਾ ਹੋਏਗਾ। ਸੋ ਇੱਦਾਂ ਮਾਤਾ ਨਾਨਕੀ ਜੀ, ਮੱਖਣ ਸ਼ਾਹ ਆਪਸ ਵਿੱਚ ਬੜੀਆਂ ਵਿਚਾਰਾਂ ਗੁਰੂ ਸਾਹਿਬ ਨੇ ਕੀਤੀਆਂ। ਜੋ ਮਹਾਰਾਜ ਦੇ ਗੁਣ ਸਨ ਉਹ ਸਾਂਝੇ ਕੀਤੇ ਆਪਸ ਦੇ ਵਿੱਚ। ਫਿਰ ਸਲਾਹ ਕੀਤੀ। ਮੱਖਣ ਸ਼ਾਹ ਨੇ ਮਹਾਰਾਜ ਨੂੰ ਨਮਸਕਾਰ ਕਰਕੇ ਸਾਰਾ ਸਮਾਨ ਲੈ ਕੇ ਅਤੇ ਵਾਪਸ ਚਲੇ ਗਏ ਧੀਰਮਲ ਨੂੰ ਵਾਪਸ ਦੇਣ ਵਾਸਤੇ। ਸੋ ਰਹਿੰਦੇ ਵਿਚਾਰ ਕੱਲ੍ਹ ਨੂੰ ਆਪਾਂ ਜੁੜਨ ਦਾ ਯਤਨ ਕਰਾਂਗੇ।